ਪਿਆਰੇ ਵਿਦਿਆਰਥੀਓ, ਮੈਂ ਕੁਲਦੀਪ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਤੁਹਾਡੇ ਲਈ 11ਵੀਂ ਜਮਾਤ ਸਾਹਿਤ ਦੇ ਰੂਪਾਂ ਦੇ ਵਿੱਚੋਂ ਇੱਕ ਹੋਰ ਸਾਹਿਤ ਰੂਪ ਲੈ ਕੇ। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਜੀਵਨੀ ਦੇ ਬਾਰੇ। ਤਾਂ ਜੀਵਨੀ ਦੇ ਸਭ ਤੋਂ ਪਹਿਲਾਂ ਅਸੀਂ ਅਰਥ ਜਾਣਦੇ ਹਾਂ ਕਿ ਜੀਵਨੀ ਕਹਿੰਦੇ ਕਿਸ ਨੂੰ ਹਨ। ਜੀਵਨ ਸ਼ਬਦ ਹੈ ਤੇ ਉਹਦੇ ਨਾਲ ਈ ਪ੍ਰਤਿਆ ਲੱਗ ਗਿਆ, ਮਤਲਬ ਜੀਵਨ ਤੋਂ ਸੰਬੰਧਿਤ। ਪਹਿਲੀ ਤਾਂ ਸਿੱਧੀ ਜੀ ਗੱਲ ਇਹ ਸਮਝ ਲਈ ਆਪਾਂ, ਜੀਵਨ ਤੇ ਨਾਲ ਈ ਪ੍ਰਤਿਆ ਲੱਗ ਗਿਆ, ਜੀਵਨੀ ਬਣ ਗਿਆ। ਤੇ ਅੰਗਰੇਜ਼ੀ ਦਾ ਸ਼ਬਦ ਹੈ ਜਿਹੜਾ ਬਾਇਓਗ੍ਰਾਫੀ, ਉਸ ਦਾ ਇਹ ਸਮਾਨਾਰਥੀ ਸ਼ਬਦ ਹੈ। ਬਾਇਓਗ੍ਰਾਫੀ ਸ਼ਬਦ ਹੈ ਜਿਹੜਾ, ਤੇ ਇਹ ਦੋ ਜੋੜਿਆਂ ਤੋਂ ਬਣਿਆ ਹੈ, ਬਾਇਓ ਅਤੇ ਗ੍ਰਾਫੀ ਤੋਂ। ਬਾਇਓ ਦੇ ਭਾਵ ਹੈ ਜੀਵਨ ਤੇ ਗ੍ਰਾਫੀ ਦੇ ਭਾਵ ਹੈ ਰਚਨਾ, ਭਾਵ ਜੀਵਨ ਦੀ ਰਚਨਾ, ਜੀਵਨ ਦੇ ਸਮਾਚਾਰ। ਜੀਵਨ ਕਥਾ ਬਣ ਗਿਆ ਇਸ ਦਾ ਭਾਵ ਜੋ ਜੀਵਨੀ ਹੈ ਇਸ ਦਾ। ਕਿਸੇ ਖਾਸ ਵਿਅਕਤੀ ਦੇ ਜੋ ਜੀਵਨ ਬਿਰਤਾਂਤ ਹੁੰਦੇ ਹਨ, ਜੀਵਨ ਤੋਂ ਸੰਬੰਧਿਤ ਸਮਾਚਾਰ ਹੁੰਦੇ ਹਨ, ਉਹਨਾਂ ਦੀ ਜਦੋਂ ਕਲਾਤਮਕ ਰੂਪ ਦੇ ਵਿੱਚ ਉਸਾਰੀ ਕੀਤੀ ਜਾਂਦੀ ਹੈ ਤਾਂ ਉਦੋਂ ਅਸੀਂ ਉਸ ਨੂੰ ਜੀਵਨੀ ਕਹਿੰਦੇ ਹਾਂ। ਕਿਸੇ ਖਾਸ ਵਿਅਕਤੀ ਦੇ ਜੀਵਨ ਤੋਂ ਸੰਬੰਧਿਤ ਜੋ ਘਟਨਾਵਾਂ ਹਨ ਉਹਨਾਂ ਦੀ ਕਲਾਤਮਕ ਰੂਪ ਦੇ ਵਿੱਚ ਪੇਸ਼ਕਾਰੀ ਹੈ ਜੋ ਉਹ ਜੀਵਨੀ ਅਖਵਾਉਂਦੀ ਹੈ। ਤੇ ਜੀਵਨੀ ਹੈ ਜਿਹੜੀ ਉਹ ਪੁਰਾਤਨ ਜਿਹੜੇ ਕੁਛ ਵਾਰਤਕ ਰੂਪ ਹਨ, ਜਿਵੇਂ ਸਾਖੀ, ਜਨਮ ਸਾਖੀ, ਗੋਸ਼ਟਾਂ, ਪਰਚੀਆਂ, ਵਚਨ ਆਦਿ ਦਾ ਹੀ ਵਿਕਸਿਤ ਰੂਪ ਮੰਨਿਆ ਜਾਂਦਾ ਹੈ। ਭਾਵ ਪੁਰਾਣੇ ਸਮੇਂ ਦੇ ਵਿੱਚ ਇਹ ਜੋ ਸਾਹਿਤ ਰੂਪ ਸਨ ਇਹਨਾਂ ਦੇ ਵਿੱਚ ਵੀ ਮਹਾਂਪੁਰਖਾਂ ਦੇ ਜੀਵਨ ਬਿਰਤਾਂਤ ਹੈ ਜਿਹੜੇ ਉਹ ਸਮਾਏ ਰਹਿੰਦੇ ਸਨ, ਤੇ ਉਹਨਾਂ ਦੇ ਨਾਲ ਹੀ ਮਿਲਦਾ ਜੁਲਦਾ ਇਹ ਸਾਹਿਤ ਰੂਪ ਹੈ। ਭਾਵ ਜੀਵਨੀ ਦੇ ਵਿੱਚ ਵੀ ਕਿਸੇ ਮਹਾਨ ਪੁਰਸ਼ ਦੇ ਬਾਰੇ ਕਿਸੇ ਨੂੰ ਨਾਇਕ ਬਣਾ ਕੇ ਉਸਦੇ ਜੀਵਨ ਸਮਾਚਾਰ ਅੰਕਿਤ ਕੀਤੇ ਜਾਂਦੇ ਹਨ। ਇਹ ਗੱਲ ਹੋਈ ਜੀਵਨੀ ਦੇ ਬਾਰੇ। ਤੇ ਇਹ ਜਿਹੜੀ ਜੀਵਨੀ ਹੁੰਦੀ ਹੈ ਇਸ ਤੋਂ ਸੰਬੰਧਿਤ ਜਿਹੜੀਆਂ ਘਟਨਾਵਾਂ ਹਨ ਉਹ ਕਿੱਥੋਂ ਲਈਆਂ ਜਾਂਦੀਆਂ ਹਨ। ਪਹਿਲਾਂ ਤਾਂ ਇੱਕ ਨੂੰ ਨਾਇਕ ਚੁਣ ਲਿਆ ਜਾਂਦਾ ਹੈ ਜਿਸ ਦੇ ਬਾਰੇ ਜੀਵਨੀ ਲਿਖੀ ਜਾਣੀ ਹੈ, ਤੇ ਉਸ ਤੋਂ ਸੰਬੰਧਿਤ ਜਿਹੜੀਆਂ ਜੀਵਨ ਬਿਰਤਾਂਤ ਹਨ, ਘਟਨਾਵਾਂ ਹਨ, ਉਹ ਕਿੱਥੋਂ ਕਿੱਥੋਂ ਪ੍ਰਾਪਤ ਕੀਤੇ ਜਾਂਦੇ ਹਨ। ਪਹਿਲਾਂ ਤਾਂ ਜੇ ਖੁਦ ਉਹ ਵਿਅਕਤੀ ਜਿਉਂਦਾ ਹੈ ਤਾਂ ਉਸ ਤੋਂ ਹੀ ਉਹ ਘਟਨਾਵਾਂ ਪੁੱਛੀਆਂ ਜਾਂਦੀਆਂ ਹਨ। ਕਿਸ ਦੇ ਦੁਆਰਾ? ਜੀਵਨੀਕਾਰ ਦੇ ਦੁਆਰਾ। ਜੋ ਜੀਵਨੀ ਲਿਖਦਾ ਹੈ ਉਸ ਦੇ ਜੀਵਨ ਤੋਂ ਸੰਬੰਧਿਤ ਜਿਹੜੀਆਂ ਘਟਨਾਵਾਂ ਜੀਵਨੀ ਦੇ ਵਿੱਚ ਪੇਸ਼ ਕਰੀਆਂ ਜਾਣੀਆਂ ਹਨ ਉਹ ਉਸ ਵਿਅਕਤੀ ਤੋਂ ਖੁਦ ਤੋਂ, ਜਿਸ ਨੂੰ ਨਾਇਕ ਬਣਾ ਕੇ ਉਸ ਜੀਵਨੀ ਦਾ ਪੇਸ਼ ਕੀਤਾ ਜਾਣਾ ਹੈ, ਉਸ ਤੋਂ ਉਹ ਘਟਨਾਵਾਂ ਪੁੱਛਦਾ ਹੈ। ਦੂਜਾ, ਵਰਣਨ, ਯਾਦਾਂ, ਅਨੁਭਵ, ਹੱਡ ਬੀਤੀਆਂ, ਆਪਣੇ ਨਾਲ ਉਸਦਾ ਕੋਈ ਸੰਬੰਧ ਰਿਹਾ ਹੋਵੇ, ਜਾਂ ਸੰਸਾਰ ਦੇ ਨਾਲ ਜੋ ਜੱਗ ਬੀਤੀਆਂ ਹਨ ਉਹਨੂੰ ਇਸ ਦੇ ਵਿੱਚ ਸ਼ਾਮਿਲ ਕਰ ਲੈਂਦਾ ਹੈ। ਇਸ ਤੋਂ ਇਲਾਵਾ ਉਸ ਸ਼ਖਸੀਅਤ ਨਾਲ ਸੰਬੰਧਿਤ ਜੋ ਗ੍ਰੰਥ ਹਨ, ਚਿੱਠੀਆਂ ਹਨ, ਡਾਇਰੀਆਂ ਹਨ, ਤੇ ਹੋਰ ਜਿਉਂਦੇ ਵਿਅਕਤੀ ਜੋ ਉਸ ਨਾਇਕ ਦੇ ਬਾਰੇ ਜਾਣਦੇ ਹਨ ਉਹ ਸੂਚਨਾਵਾਂ ਦਿੰਦੇ ਹਨ। ਉਸ ਤੋਂ ਸੂਚਨਾਵਾਂ ਇਕੱਠੀਆਂ ਕਰਕੇ, ਉਹਨਾਂ ਤੋਂ ਸੂਚਨਾਵਾਂ ਇਕੱਠੀਆਂ ਕਰਕੇ ਜੀਵਨੀਕਾਰ ਹੈ ਜਿਹੜਾ ਜੀਵਨੀ ਲਿਖਦਾ ਹੈ। ਤਾਂ ਇਹ ਸਾਰੇ ਜੋ ਆਪਾਂ ਨੂੰ ਸਰੋਤ ਮਿਲੇ ਉਹ ਕਿਹੜੇ ਕਿਹੜੇ ਹਨ? ਇੱਕ ਤਾਂ ਨਾਇਕ ਖੁਦ ਹੋ ਗਿਆ, ਦੂਜਾ ਉਸ ਤੋਂ ਸੰਬੰਧ ਰੱਖਣ ਵਾਲੇ ਲੋਕ ਹਨ, ਜਿਉਂਦੇ ਲੋਕ ਹਨ, ਜੋ ਉਹਨਾਂ ਦੇ ਨਾਲ ਜੋ ਹੱਡ ਬੀਤੀਆਂ ਹਨ ਉਹ ਇਹਦੇ ਵਿੱਚ ਜੋੜ ਲਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਉਸ ਸ਼ਖਸੀਅਤ ਦੇ ਬਾਰੇ ਜਿਸ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਜਾਣਾ ਹੈ ਉਹਦੇ ਸੰਬੰਧਿਤ ਕਿਤਾਬਾਂ, ਗ੍ਰੰਥ, ਡਾਇਰੀਆਂ ਜੋ ਵੀ, ਜਾਂ ਲੋਕਾਂ ਦੇ ਕੁਛ ਅਨੁਭਵ ਹਨ ਉਹਨਾਂ ਨੂੰ ਜੋੜ ਕੇ ਜੀਵਨੀਕਾਰ ਹੈ ਜਿਹੜਾ ਉਸ ਨਾਇਕ ਦੀ ਜੀਵਨੀ ਨੂੰ ਲਿਖਦਾ ਹੈ। ਇਹ ਸੀ ਗੱਲ ਸਰੋਤ ਦੀ। ਹੁਣ ਐਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ ਦੇ ਵਿੱਚ ਜੀਵਨੀ ਦੀ ਜਿਹੜੀ ਪਰਿਭਾਸ਼ਾ ਹੈ ਉਹ ਕੀ ਲਿਖੀ ਹੋਈ ਹੈ? ਜੀਵਨੀ ਉਹ ਬਿਰਤਾਂਤ ਹੈ ਜਿਸ ਵਿੱਚ ਕਿਸੇ ਵਿਅਕਤੀ ਦੇ ਜੀਵਨ ਦੀਆਂ ਗਤੀਵਿਧੀਆਂ ਨੂੰ ਸੁਚੇਤ ਰੂਪ ਵਿੱਚ, ਇੱਕ ਤਾਂ ਇਹ ਗੱਲ ਯਾਦ ਰੱਖਣੀ ਹੈ ਕਿ ਸੁਚੇਤ ਰੂਪ ਦੇ ਵਿੱਚ, ਅਚਨਚੇਤ ਨਹੀਂ, ਉਹਨਾਂ ਨੂੰ ਜਾਣ ਬੁੱਝ ਕੇ ਉੱਥੇ ਪੂਰੇ ਸੁਚੇਤ ਹੋ ਕੇ ਪੇਸ਼ ਕੀਤਾ ਜਾਂਦਾ ਹੈ। ਤੇ ਪੇਸ਼ ਕਰਨ ਦਾ ਢੰਗ ਕੀ ਹੈ? ਕਲਾਤਮਕ ਰੂਪ ਦੇ ਵਿੱਚ, ਕਲਾਤਮਕ ਢੰਗ ਦੇ ਨਾਲ। ਉਹਨਾਂ ਦੇ ਜੋ ਯਾਦਾਂ ਹਨ, ਉਹਨਾਂ ਦੇ ਜੋ ਸਰੋਤ ਅਸੀਂ ਪ੍ਰਾਪਤ ਕੀਤੇ, ਉਸ ਨੂੰ ਸਿੱਧੇ ਸਿੱਧੇ ਬਿਲਕੁਲ ਤੱਥਾਂ ਦੇ ਵਾਂਗੂ ਪੇਸ਼ ਨਹੀਂ ਕੀਤਾ ਜਾਂਦਾ, ਉਸ ਨੂੰ ਕਲਾ ਦੇ ਵਿੱਚ ਬੰਨ੍ਹ ਕੇ ਕਲਾਤਮਕ ਢੰਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਅਤੇ ਉਸ ਦੇ ਵਿਅਕਤੀਤਵ ਨੂੰ ਪੁਨਰ ਸਿਰਜਿਤ ਕੀਤਾ ਗਿਆ ਹੋਵੇ।
ਜੋ ਉਸ ਦਾ ਵਿਅਕਤੀਤਵ ਹੈ ਉਸ ਨੂੰ ਦੁਬਾਰਾ ਤੋਂ ਸਿਰਜਣਾ ਕੀਤੀ ਜਾਵੇ। ਇਹ ਜੀਵਨੀ ਦੀ ਪਰਿਭਾਸ਼ਾ ਇਨਸਾਈਕਲੋਪੀਡੀਆ ਆਫ ਬ੍ਰਿਟੈਨਿਕਾ ਦੇ ਵਿੱਚ ਲਿਖੀ ਹੋਈ ਹੈ। ਹੁਣ ਇਤਿਹਾਸ ਦੇ ਨਾਲੋਂ ਜੀਵਨੀ ਦਾ ਕੀ ਫਰਕ ਹੁੰਦਾ ਹੈ? ਇਤਿਹਾਸ ਤੇ ਜੀਵਨੀ ਦੇ ਵਿੱਚ ਕੀ ਫਰਕ ਹੈ ਦੋਵਾਂ ਦੇ ਵਿੱਚ? ਪਹਿਲਾ ਤਾਂ ਇਹ ਹੈ ਕਿ ਇਤਿਹਾਸ ਦੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਹਨ ਉਹ ਸਿੱਧੀਆਂ ਸਿੱਧੀਆਂ ਲਿਖੀਆਂ ਗਈਆਂ ਹੁੰਦੀਆਂ ਹਨ ਅਤੇ ਉਹਨਾਂ ਦਾ ਜ਼ੋਰ ਹੈ ਜਿਹੜਾ ਉਹ ਘਟਨਾ ਦੇ ਵਰਣਨ ਦੇ ਉੱਤੇ ਜ਼ਿਆਦਾ ਰਹਿੰਦਾ ਹੈ। ਇਤਿਹਾਸ ਜਦੋਂ ਲਿਖਿਆ ਜਾਂਦਾ ਹੈ ਤਾਂ ਇਤਿਹਾਸ ਦਾ ਜਿਹੜਾ ਜ਼ਿਆਦਾ ਜ਼ੋਰ ਹੈ ਉਹ ਘਟਨਾ ਦੇ ਵਰਣਨ ਦੇ ਉੱਤੇ ਰਹਿੰਦਾ ਹੈ, ਪਰ ਜੀਵਨੀ ਦਾ ਵਿਅਕਤੀ ਦਾ ਵਰਣਨ ਕਰਦੀ ਹੈ। ਜੀਵਨੀ ਦਾ ਜਿਹੜਾ ਜ਼ੋਰ ਹੈ ਉਹ ਵਿਅਕਤੀ ਵਰਣਨ ਦੇ ਉੱਤੇ ਜ਼ਿਆਦਾ ਰਹਿੰਦਾ ਹੈ। ਇਹ ਤਾਂ ਹੈ ਇਤਿਹਾਸ ਦੇ ਨਾਲੋਂ ਜੀਵਨੀ ਦਾ ਫਰਕ। ਇਤਿਹਾਸ ਘਟਨਾਵਾਂ ਦਾ ਵਰਣਨ ਕਰਦਾ ਹੈ, ਜੀਵਨੀ ਵਿਅਕਤੀ ਦਾ ਵਰਣਨ ਕਰਦੀ ਹੈ। ਹੁਣ ਜਿਹੜਾ ਗਲਪ ਦੇ ਨਾਲ ਇਸ ਦਾ ਕੀ ਅੰਤਰ ਹੈ? ਜੀਵਨੀ ਦਾ ਗਲਪ ਆ ਗਿਆ ਨਾਵਲ ਅਤੇ ਕਹਾਣੀ, ਉਸ ਦੇ ਨਾਲੋਂ ਕੀ ਅੰਤਰ ਰਹਿੰਦਾ ਹੈ? ਗਲਪ ਦੇ ਵਿੱਚ ਹੈ ਜਿਹੜਾ ਉਹ ਕਲਪਨਾ ਜ਼ਿਆਦਾ ਆ ਜਾਂਦੀ ਹੈ, ਜਦੋਂ ਕਿ ਜੀਵਨੀ ਦੇ ਵਿੱਚ ਕਲਪਨਾ ਨੂੰ ਸ਼ਾਮਿਲ ਤਾਂ ਕੀਤਾ ਜਾਂਦਾ ਹੈ ਪਰ ਉਹ ਇਸ ਹੱਦ ਤੱਕ ਹੀ ਕੀਤਾ ਜਾਂਦਾ ਹੈ ਕਿ ਜਿਹੜਾ ਇਤਿਹਾਸਿਕ ਸੱਚ ਹੈ ਉਹਦੇ ਵਿੱਚ ਕੋਈ ਬਦਲਾਵ ਨਾ ਆਵੇ, ਭਾਵ ਕਲਪਨਾ ਦਾ ਥੋੜ੍ਹਾ ਬਹੁਤ ਅੰਸ਼ ਹੀ ਸ਼ਾਮਿਲ ਰਹਿੰਦਾ ਹੈ, ਜਦੋਂ ਕਿ ਗਲਪ ਹੈ ਜਿਹੜਾ ਉਹ ਲਿਖਿਆ ਹੀ ਕਲਪਨਾ ਦੇ ਆਧਾਰ 'ਤੇ ਜਾਂਦਾ ਹੈ। ਇਹ ਇਤਿਹਾਸ ਦਾ ਜੀਵਨੀ ਦੇ ਨਾਲੋਂ ਅਤੇ ਜੀਵਨੀ ਦਾ ਗਲਪ ਦੇ ਨਾਲੋਂ ਅੰਤਰ ਦੋਨਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਭਾਵ ਇਤਿਹਾਸ ਦਾ ਜਿਹੜਾ ਜ਼ੋਰ ਹੈ ਉਹ ਘਟਨਾਵਾਂ ਦੇ ਵਰਣਨ 'ਤੇ ਰਹਿੰਦਾ ਹੈ ਅਤੇ ਜੀਵਨੀ ਦਾ ਜਿਹੜਾ ਜ਼ੋਰ ਹੈ ਉਹ ਵਿਅਕਤੀ ਦੇ ਵਰਣਨ 'ਤੇ ਜ਼ਿਆਦਾ ਰਹਿੰਦਾ ਹੈ। ਹੁਣ ਅਸੀਂ ਪ੍ਰਸਿੱਧ ਵਿਦਵਾਨ ਸਿਪਲੇ ਦੀ ਪਰਿਭਾਸ਼ਾ ਲੈਂਦੇ ਹਾਂ। ਜੀਵਨੀ ਕਿਸੇ ਵਿਅਕਤੀ ਦੀਆਂ ਜੀਵਨ ਘਟਨਾਵਾਂ ਦਾ ਵਰਣਨ ਹੁੰਦਾ ਹੈ, ਉਸਦੇ ਜੀਵਨ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਹਨ, ਭਾਵ ਜਿਸ ਨੂੰ ਨਾਇਕ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਉਸਦੇ ਜੀਵਨ ਦੇ ਵਿੱਚ ਜੋ ਘਟਨਾਵਾਂ ਵਾਪਰਦੀਆਂ ਹਨ ਉਹਨਾਂ ਦਾ ਵਰਣਨ ਕੀਤਾ ਗਿਆ ਹੁੰਦਾ ਹੈ। ਆਪਣੇ ਆਦਰਸ਼ ਰੂਪ ਵਿੱਚ ਇਹ ਯਤਨਾਂ ਨਾਲ ਲਿਖਿਆ ਗਿਆ ਇਤਿਹਾਸ ਹੈ, ਜਿਸ ਤੋਂ ਵਿਅਕਤੀ ਦੇ ਸੰਪੂਰਨ ਜੀਵਨ ਦਾ ਜਾਂ ਉਸਦੇ ਕਿਸੇ ਅੰਸ਼ ਦੀ ਜਾਣਕਾਰੀ ਸਾਨੂੰ ਮਿਲਦੀ ਹੈ ਅਤੇ ਉਸ ਦੇ ਨਾਲ ਸੰਬੰਧਿਤ ਗੱਲਾਂ ਦਾ ਵਰਣਨ ਸਾਨੂੰ ਇਸ ਦੇ ਵਿੱਚ ਮਿਲਦਾ ਹੈ। ਇਹ ਵਿਸ਼ੇਸ਼ਤਾਈਆਂ ਉਸ ਨੂੰ ਸਾਹਿਤਿਕ ਰੂਪ ਦਾ ਦਰਜਾ ਪ੍ਰਦਾਨ ਕਰਦੀਆਂ ਹਨ। ਇਹ ਸਿਪਲੇ ਦੀ ਪਰਿਭਾਸ਼ਾ ਸੀ। ਜੀਵਨੀ ਕੀ ਹੈ, ਇਸ ਦੇ ਬਾਰੇ ਪ੍ਰੇਮ ਪ੍ਰਕਾਸ਼ ਦੇ ਕੀ ਵਿਚਾਰ ਹਨ? ਉਹ ਲਿਖਦੇ ਹਨ ਕਿ ਜੀਵਨੀ ਘਟਨਾਵਾਂ ਦਾ ਸਥੂਲ ਵੇਰਵਾ ਨਹੀਂ ਹੈ। ਐਵੇਂ ਨਹੀਂ ਕਿ ਘਟਨਾਵਾਂ ਦਾ ਅਸੀਂ ਵੇਰਵਾ ਲੈ ਲਿਆ, ਵਿਵਰਣ ਲੈ ਲਿਆ ਅਤੇ ਉਹਨਾਂ ਨੂੰ ਸਿੱਧੇ ਸਿੱਧੇ ਲਿਖਤਾ, ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਉਹਨਾਂ ਦਾ ਕਹਿਣਾ ਹੈ ਬਲਕਿ ਸਫਲ ਜੀਵਨੀ ਵਿੱਚ ਨਾਇਕ ਦੇ ਜੀਵਨ ਵਿੱਚ ਲੁਕੇ ਛਿਪੇ ਉਸਦੇ ਵਿਕਾਸ ਨੂੰ, ਉਸਦੀ ਸ਼ਖਸੀਅਤ ਦੇ ਗੁੱਝੇ ਭੇਤ ਨੂੰ, ਉਸਦੀ ਪ੍ਰਮੁੱਖ ਜੀਵਨ ਧਾਰਾ ਨੂੰ ਖੋਲ੍ਹ ਕੇ ਪਾਠਕਾਂ ਦੇ ਸਾਹਮਣੇ ਸਾਕਾਰ ਕੀਤਾ ਜਾਂਦਾ ਹੈ। ਇਹੋ ਜੀਵਨੀ ਕਲਾ ਹੈ, ਭਾਵ ਕਿ ਸਿੱਧੇ ਸਿੱਧੇ ਤੱਥ ਰੱਖ ਦੇਣ ਦੇ ਨਾਲ ਜੀਵਨੀ ਨਹੀਂ ਬਣ ਜਾਂਦੀ। ਜੀਵਨ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨਾਇਕ ਦੇ, ਉਹਨਾਂ ਨੂੰ ਸਿੱਧਾ ਸਿੱਧਾ ਰੱਖ ਦੇਣ ਦੇ ਨਾਲ ਜੀਵਨੀ ਦੀ ਰਚਨਾ ਨਹੀਂ ਹੋ ਜਾਂਦੀ। ਜਦੋਂ ਕਿ ਉਸ ਦਾ ਕੋਈ ਇਹੋ ਜਿਹਾ ਪੱਖ ਉਘਾੜਿਆ ਜਾਂਦਾ ਹੈ, ਪਾਠਕ ਦੇ ਸਾਹਮਣੇ ਖੋਲ੍ਹ ਕੇ ਰੱਖਿਆ ਜਾਂਦਾ ਹੈ, ਜਿਸ ਤੋਂ ਕੋਈ ਉਹ ਸੇਧ ਪ੍ਰਾਪਤ ਕਰ ਸਕੇ ਅਤੇ ਉਸ ਦੇ ਨਾਲ ਉਸ ਨੂੰ ਉਹ ਆਦਰਸ਼ ਰੂਪ ਦੇ ਵਿੱਚ ਸਵੀਕਾਰ ਕਰ ਸਕੇ। ਇਹ ਹੈ ਜੀਵਨੀ ਅਤੇ ਇਹ ਪਰਿਭਾਸ਼ਾ ਹੈ ਡਾਕਟਰ ਪ੍ਰੇਮ ਪ੍ਰਕਾਸ਼ ਸਿੰਘ ਦੀ। ਹੁਣ ਅਸੀਂ ਜੀਵਨੀ ਦਾ ਵਰਗੀਕਰਨ ਕਰਦੇ ਹਾਂ ਕਿ ਕਿਹੜੇ ਕਿਹੜੇ ਪ੍ਰਕਾਰ ਦੀਆਂ ਜੀਵਨੀਆਂ ਮਿਲਦੀਆਂ ਹਨ। ਇਤਿਹਾਸ ਤੋਂ ਸੰਬੰਧ ਜਿਹੜੀਆਂ ਜੀਵਨੀਆਂ ਰੱਖਦੀਆਂ ਹਨ ਉਹਨਾਂ ਨੂੰ ਅਸੀਂ ਇਤਿਹਾਸਕ ਜੀਵਨੀਆਂ ਕਹਿੰਦੇ ਹਾਂ, ਜਿਨ੍ਹਾਂ ਦੇ ਵਿੱਚ ਕੋਈ ਇਤਿਹਾਸਕ ਪਾਤਰ ਨਾਇਕ ਹੋਵੇ, ਘਟਨਾਵਾਂ ਹੋਣ, ਉਹਨਾਂ ਨੂੰ ਅਸੀਂ ਇਤਿਹਾਸਕ ਜੀਵਨੀਆਂ ਕਹਿੰਦੇ ਹਾਂ। ਰਾਜਨੀਤੀ ਤੋਂ ਸੰਬੰਧ ਰੱਖਣ ਵਾਲੀਆਂ ਰਾਜਨੀਤਿਕ ਜੀਵਨੀਆਂ, ਧਰਮ ਤੋਂ ਸੰਬੰਧ ਰੱਖਣ ਵਾਲੀਆਂ ਧਾਰਮਿਕ ਜੀਵਨੀਆਂ, ਸਮਾਜ ਦੇ ਨਾਲ ਸੰਬੰਧ ਰੱਖਣ ਵਾਲੀਆਂ ਸਮਾਜਿਕ ਜੀਵਨੀਆਂ ਅਤੇ ਸਾਹਿਤ ਦੇ ਨਾਲ ਸੰਬੰਧ ਰੱਖਣ ਵਾਲੇ ਨਾਇਕ ਨੂੰ ਜਦੋਂ ਉਸਾਰਿਆ ਜਾਂਦਾ ਹੈ, ਉਸ ਦੀ ਜੀਵਨੀ ਲਿਖੀ ਜਾਂਦੀ ਹੈ ਤਾਂ ਉਸ ਨੂੰ ਅਸੀਂ ਸਾਹਿਤਿਕ ਜੀਵਨੀ ਕਹਿੰਦੇ ਹਾਂ। ਭਾਵ ਜਦੋਂ ਕੋਈ ਸਾਹਿਤ ਲਿਖਣ ਵਾਲਾ ਉਸ ਦੀ ਜੀਵਨੀ ਲਿਖੀ ਜਾਂਦੀ ਹੈ, ਉਸ ਨੇ ਆਪਣੇ ਜੀਵਨ ਦੇ ਵਿੱਚ ਕੀ ਕੀ ਲਿਖਿਆ ਤਾਂ ਉਸ ਨੂੰ ਅਸੀਂ ਸਾਹਿਤਿਕ ਜੀਵਨੀ ਕਹਿੰਦੇ ਹਾਂ। ਰਾਸ਼ਟਰ ਤੋਂ ਸੰਬੰਧਿਤ ਰਾਸ਼ਟਰੀ ਜੀਵਨੀਆਂ, ਅਤੇ ਜੇ ਕਿਸੇ ਸੰਪਰਦਾ ਵਿਸ਼ੇਸ਼ ਦੇ ਨਾਲ ਸੰਬੰਧ ਰੱਖਦਾ ਹੈ ਤਾਂ ਉਸ ਨੂੰ ਅਸੀਂ ਸੰਪਰਦਾਇਕ ਜੀਵਨੀ ਕਹਿੰਦੇ ਹਾਂ। ਅਤੇ ਇਸੇ ਤਰੀਕੇ ਨਾਲ ਹੋਰ ਜੋ ਵਾਧੂ ਵਿਸ਼ੇ ਵੱਜ ਜਾਂਦੇ ਹਨ ਉਹਨਾਂ ਨੂੰ ਅਸੀਂ ਫੁਟਕਲ ਜੀਵਨੀਆਂ ਦੇ ਵਿੱਚ ਰੱਖਦੇ ਹਾਂ। ਇਹ ਜੀਵਨੀ ਦਾ ਵਰਗੀਕਰਨ ਹੈ ਕਿ ਇਸ ਪ੍ਰਕਾਰ ਦੀਆਂ ਜੀਵਨੀਆਂ ਸਾਨੂੰ ਮਿਲਦੀਆਂ ਹਨ। ਹੁਣ ਅਸੀਂ ਗੱਲ ਕਰਦੇ ਹਾਂ ਜੀਵਨੀ ਦੇ ਤੱਤਾਂ ਦੀ। ਜੀਵਨੀ ਦੇ ਜਿਹੜੇ ਤੱਤ ਹਨ ਉਹ 5 ਹਨ ਮੁੱਖ ਰੂਪ ਤੋਂ। ਪਹਿਲਾ ਹੈ ਜੀਵਨ ਬਿਰਤਾਂਤ, ਦੂਜਾ ਇਤਿਹਾਸਿਕਤਾ, ਤੀਜਾ ਨਾਇਕ, ਚੌਥਾ ਵਾਤਾਵਰਣ ਅਤੇ ਪੰਜਵਾਂ ਭਾਸ਼ਾ ਅਤੇ ਸ਼ੈਲੀ। ਹੁਣ ਅਸੀਂ ਇਹਨਾਂ ਦੀ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੀਵਨ ਬਿਰਤਾਂਤ ਦੀ।
ਜੀਵਨੀ ਆਪਣੇ ਨਾਇਕ ਦੇ ਜੀਵੇ ਹੋਏ ਜੀਵਨ ਬਿਰਤਾਂਤ ਨੂੰ ਪੇਸ਼ ਕਰਦੀ ਹੈ। ਪਹਿਲੀ ਗੱਲ ਤਾਂ ਕਿ ਜਿਸ ਨੂੰ ਨਾਇਕ ਦੇ ਰੂਪ ਦੇ ਵਿੱਚ ਚੁਣਿਆ ਗਿਆ ਹੈ, ਜਿਸ ਦੀ ਜੀਵਨੀ ਲਿਖੀ ਜਾਣੀ ਹੈ, ਉਸ ਦਾ ਜਿਹੜਾ ਜੀਵਿਆ ਹੋਇਆ ਜੀਵਨ ਹੈ, ਉਸ ਦੀਆਂ ਜੋ ਜੀਵਨ ਘਟਨਾਵਾਂ ਹਨ, ਉਹਨਾਂ ਨੂੰ ਉਹ ਪੇਸ਼ ਕਰਦੀ ਹੈ। ਦੂਜੀ ਗੱਲ, ਇਸ ਦੀ ਕਥਾ ਵਸਤੂ ਜੀਵਨੀ ਨਾਇਕ ਦੀ ਜੀਵਨ ਕਹਾਣੀ ਉੱਪਰ ਆਧਾਰਿਤ ਹੋਣੀ ਚਾਹੀਦੀ ਹੈ। ਇਸ ਵਿੱਚ ਕਲਪਨਾ ਦੀ ਬਹੁਤੀ ਗੁੰਜਾਇਸ਼ ਸੰਭਵ ਨਹੀਂ। ਜੋ ਉਸਨੇ ਵਾਸਤਵਿਕ ਯਥਾਰਥ ਜੀਵਨ ਜਿਉਇਆ ਹੈ, ਉਸ ਦੀ ਹੀ ਪੇਸ਼ਕਾਰੀ ਹੁੰਦੀ ਹੈ। ਕਲਪਨਾ ਦੀ ਇਸ ਦੇ ਵਿੱਚ ਬਹੁਤੀ ਗੁੰਜਾਇਸ਼ ਨਹੀਂ ਹੁੰਦੀ। ਭਾਵ ਜੋ ਜੀਵਨੀਕਾਰ ਹੈ ਉਹ ਆਪਣੀ ਕਲਪਨਾ ਦੇ ਨਾਲ ਇਸ ਦੇ ਵਿੱਚ ਕੁਛ ਨਹੀਂ ਲਿਖ ਸਕਦਾ। ਨਾਇਕ ਦੇ ਜੀਵਨ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਹਨ, ਉਹਨਾਂ ਨੂੰ ਹੀ ਉਸਨੇ ਪੇਸ਼ ਕਰਨਾ ਹੁੰਦਾ ਹੈ। ਘਟਨਾਵਾਂ ਨੂੰ ਵਿਵਸਥਿਤ ਤੇ ਰੌਚਕਤਾ ਭਰਪੂਰ ਬਣਾਉਣ ਲਈ ਕਲਪਨਾ ਦਾ ਥੋੜ੍ਹਾ ਬਹੁਤ ਉਪਯੋਗ ਕੀਤਾ ਜਾ ਸਕਦਾ ਹੈ ਕਿਸੇ ਹੱਦ ਤੱਕ, ਪਰ ਇਹ ਨਹੀਂ ਹੁੰਦਾ ਕਿ ਜੀਵਨੀ ਹੈ ਜਿਹੜੀ ਉਹ ਨਿਰੀ ਪੁਰੀ ਕਲਪਨਾ ਦੇ ਰਾਹੀਂ ਹੀ ਲਿਖੀ ਜਾਂਦੀ ਹੈ। ਪਰੰਤੂ ਮਨੋਕਲਪਿਤ ਤੱਥਾਂ ਦੀ ਪੇਸ਼ਕਾਰੀ ਦੁਆਰਾ ਜੀਵਨੀ ਦੀ ਪਰਿਮਾਣਿਕਤਾ ਸੰਦੇਹ ਦੇ ਘੇਰੇ ਵਿੱਚ ਆ ਜਾਂਦੀ ਹੈ। ਜੇ ਮਨ ਦੀ ਕਲਪਨਾ ਦੇ ਨਾਲ ਘਟਨਾਵਾਂ ਲਿਖੀਆਂ ਜਾਣਗੀਆਂ ਤਾਂ ਜੀਵਨੀ ਹੈ ਜਿਹੜੀ ਉਹ ਸੰਦੇਹ ਦੇ ਘੇਰੇ ਦੇ ਵਿੱਚ ਆ ਜਾਊਗੀ ਤੇ ਪਾਠਕ ਉਸ 'ਤੇ ਯਕੀਨ ਨਹੀਂ ਕਰ ਪਾਉਣਗੇ। ਇਸ ਲਈ ਜੀਵਨੀਕਾਰ ਨੂੰ ਜੀਵਨੀ ਨਾਇਕ ਦੇ ਜੀਵਨ ਤੱਥਾਂ ਸੰਬੰਧੀ ਪ੍ਰਮਾਣਾਂ ਨੂੰ ਗੌਰ ਨਾਲ ਦੇਖਣਾ ਚਾਹੀਦਾ ਹੈ। ਭਾਵ ਉਸ ਨੂੰ ਚੰਗੀ ਤਰ੍ਹਾਂ ਇਹ ਜਾਂਚ ਲੈਣਾ ਚਾਹੀਦਾ ਹੈ ਕਿ ਜੋ ਘਟਨਾਵਾਂ, ਜੋ ਬਿਰਤਾਂਤ ਉਹ ਪੇਸ਼ ਕਰ ਰਿਹਾ ਹੈ, ਉਹ ਸੱਚ ਦੇ ਨੇੜੇ ਤੇੜੇ ਹੀ ਹੋਣ, ਉਸ ਦੇ ਵਿੱਚ ਬਹੁਤਾ ਜ਼ਿਆਦਾ ਮਨੋਕਲਪਿਤ ਗੱਲਾਂ ਨਾ ਹੋਣ, ਸੱਚ ਦੇ ਨੇੜੇ ਹੀ ਰਹਿਣੀਆਂ ਚਾਹੀਦੀਆਂ ਹਨ। ਇਹ ਹੈ ਜੀਵਨ ਬਿਰਤਾਂਤ ਤੋਂ ਸੰਬੰਧਿਤ ਗੱਲਾਂ। ਨਾਇਕ ਦੇ ਜੀਵਨ ਬਿਰਤਾਂਤ ਤੋਂ ਸੰਬੰਧਿਤ ਜੋ ਉਸਨੇ ਵਾਸਤਵਿਕ ਯਥਾਰਥ ਰੂਪ ਦੇ ਵਿੱਚ ਜੀਵਨ ਜਿਉਇਆ ਹੁੰਦਾ ਹੈ, ਉਸ ਦੀ ਹੀ ਪੇਸ਼ਕਾਰੀ ਜੀਵਨੀਕਾਰ ਨੇ ਕਰਨੀ ਹੁੰਦੀ ਹੈ। ਦੂਜਾ ਤੱਤ ਇਤਿਹਾਸਿਕਤਾ। ਇਤਿਹਾਸਕ ਸੱਚ ਜੀਵਨੀ ਦਾ ਮੂਲ ਹੈ। ਭਾਵ ਜੋ ਵਾਸਤਵਿਕ ਗੱਲ ਹੈ ਇਤਿਹਾਸ ਦੇ ਵਿੱਚ ਹੋਈ ਹੈ, ਉਹੀ ਜੀਵਨੀ ਦਾ ਮੂਲ ਹੈ। ਇਸ ਦੇ ਆਧਾਰ ਤੇ ਹੀ ਜੀਵਨੀ ਦੀ ਰਚਨਾ ਹੁੰਦੀ ਹੈ। ਜੀਵਨੀ ਦੇ ਅੰਸ਼ ਨੂੰ ਇਤਿਹਾਸਕ ਕਸੌਟੀ ਉੱਪਰ ਖਰਾ ਉਤਰਨਾ ਚਾਹੀਦਾ ਹੈ। ਭਾਵ ਇਤਿਹਾਸ ਤੋਂ ਦੂਰ ਨਹੀਂ ਜਾਣਾ ਚਾਹੀਦਾ। ਜੋ ਵਾਸਤਵਿਕ ਘਟਨਾਵਾਂ ਵਾਪਰੀਆਂ ਹਨ, ਉਹਨਾਂ ਤੋਂ ਦੂਰ ਜੀਵਨੀਕਾਰ ਨੂੰ ਨਹੀਂ ਜਾਣਾ ਚਾਹੀਦਾ। ਜੀਵਨੀ ਨੂੰ ਮਹਾਨ ਤੇ ਪ੍ਰਤਿਸ਼ਠਾ ਭਰਪੂਰ ਬਣਾਉਂਦੀ ਹੈ ਕਿ ਬਿਰਤਾਂਤ ਦੀ ਸੱਚਾਈ, ਜੋ ਘਟਨਾ ਪੇਸ਼ ਕੀਤੀ ਜਾ ਰਹੀ ਹੈ, ਜੋ ਬਿਰਤਾਂਤ ਪੇਸ਼ ਕੀਤਾ ਜਾ ਰਿਹਾ ਹੈ, ਉਸ ਦੇ ਵਿੱਚ ਸੱਚ ਹੋਣਾ ਚਾਹੀਦਾ ਹੈ, ਸੱਚਾਈ ਹੋਣੀ ਚਾਹੀਦੀ ਹੈ। ਉਸੇ ਦੇ ਨਾਲ ਹੀ ਉਸ ਦੀ ਪ੍ਰਤਿਸ਼ਠਾ ਬਣਦੀ ਹੈ। ਸੱਚ ਹੀ ਜੀਵਨੀਕਾਰ ਨੂੰ ਨਿਰਪੱਖ ਰਹਿ ਕੇ ਪੇਸ਼ਕਾਰੀ ਕਰਨ ਦੀ ਸਮਰੱਥਾ ਬਖਸ਼ਦਾ ਹੈ। ਜੀਵਨੀਕਾਰ ਦੇ ਆਪਣੇ ਉਸ ਦੇ ਨਾਇਕ ਦੇ ਨਾਲ ਕੀ ਸੰਬੰਧ ਹਨ? ਭਾਵ ਉਹ ਉਸ ਨੂੰ ਚੰਗਾ ਜਾਂ ਬੁਰਾ ਬਣਾ ਕੇ ਪੇਸ਼ ਨਹੀਂ ਕਰ ਸਕਦਾ। ਉਸ ਦੇ ਨਾਲ ਕੀ ਸੰਬੰਧ ਹਨ, ਉਹਨਾਂ ਦੇ ਬਾਰੇ ਉਸਨੇ ਜਾਣਕਾਰੀ ਨਹੀਂ ਲਿਖਣੀ ਹੁੰਦੀ। ਜੋ ਵਾਸਤਵਿਕ ਜੀਵਨ ਉਸਨੇ ਜਿਉਇਆ ਹੈ, ਜੋ ਲੋਕਾਂ ਦੇ ਸਾਹਮਣੇ ਹੈ, ਉਸ ਨੂੰ ਪੇਸ਼ ਕਰਨਾ ਹੈ ਉਸਨੇ। ਆਪਣੇ ਸੰਬੰਧ ਉਸ ਜੀਵਨੀਕਾਰ ਦੇ ਨਾਲ ਕੀ ਹਨ, ਉਸ ਦੇ ਨਾਲ ਉਸਦੇ ਸੰਬੰਧ ਚੰਗੇ ਜਾਂ ਬੁਰੇ ਹਨ, ਇਸ ਨੂੰ ਉਹਨਾਂ ਨੇ ਪੇਸ਼ ਨਹੀਂ ਕਰਨਾ। ਉਹ ਲੋਕਾਂ ਲਈ ਕੀ ਹੈ ਉਸ ਨੂੰ ਪੇਸ਼ ਕਰਨਾ ਹੈ, ਨਾ ਕਿ ਆਪਣੇ ਲਈ। ਇਹ ਜੀਵਨੀਕਾਰ ਦਾ ਪਰਮ ਉਦੇਸ਼ ਹੋਣਾ ਚਾਹੀਦਾ ਹੈ। ਜੋ ਜੀਵਨੀ ਲਿਖ ਰਿਹਾ ਹੈ ਨਾਇਕ ਦੇ ਬਾਰੇ, ਉਸ ਨੂੰ ਆਪਣੀਆਂ ਗੱਲਾਂ ਨੂੰ ਲਿਖਣ ਦੀ ਇਜਾਜ਼ਤ ਇੱਥੇ ਨਹੀਂ ਹੈ। ਉਸ ਨੂੰ ਬਿਲਕੁਲ ਨਿਰਪੱਖ ਰਹਿਣਾ ਚਾਹੀਦਾ ਹੈ, ਆਪਣੀ ਗੱਲ ਨੂੰ ਨਹੀਂ ਰੱਖਣਾ ਚਾਹੀਦਾ। ਉਸ ਦੇ ਸੰਬੰਧ ਜੋ ਲੋਕਾਂ ਦੇ ਸਾਹਮਣੇ ਹਨ ਉਸ ਨੂੰ ਹੀ ਰੱਖਣਾ ਚਾਹੀਦਾ ਹੈ ਤੇ ਉਸ ਦੀ ਇਹੀ ਹੀ ਪ੍ਰਮਾਣਿਕਤਾ ਬਣਨੀ ਹੈ। ਜਿੰਨਾ ਚਿਰ ਉਹ ਨਿਰਪੱਖ ਨਹੀਂ ਹੋਊਗਾ, ਉਨਾ ਚਿਰ ਉਹ ਪ੍ਰਮਾਣਿਕ ਜੀਵਨੀ ਨਹੀਂ ਮੰਨੀ ਜਾਊਗੀ। ਇਹ ਹੈ ਇਤਿਹਾਸਿਕਤਾ ਦੀ ਗੱਲ। ਹੁਣ ਅਸੀਂ ਗੱਲ ਕਰਦੇ ਹਾਂ ਨਾਇਕ ਦੀ। ਨਾਇਕ ਜੀਵਨੀ ਦਾ ਕੇਂਦਰ ਹੁੰਦਾ ਹੈ, ਕਿਉਂਕਿ ਜੀਵਨੀ ਲਿਖੀ ਹੀ ਕਿਸੇ ਨਾਇਕ ਤੇ ਜਾਂਦੀ ਹੈ ਤਾਂ ਇਹ ਕੇਂਦਰ ਹੁੰਦਾ ਹੈ। ਤੇ ਨਾਇਕ ਦਾ ਹੂ-ਬਹੂ ਚਰਿੱਤਰ ਚਿੱਤਰਣ ਕਰਨਾ ਹੀ ਜੀਵਨੀ ਦਾ ਮੂਲ ਮਕਸਦ ਹੋਣਾ ਚਾਹੀਦਾ ਹੈ। ਭਾਵ ਨਾਇਕ ਦਾ ਹੀ ਇੱਥੇ ਚਰਿੱਤਰ ਚਿੱਤਰਣ ਕਰਨਾ ਹੁੰਦਾ ਹੈ। ਉਸਦੇ ਗੁਣ, ਉਸਦੇ ਔਗੁਣ, ਉਹਨਾਂ ਨੂੰ ਉਘਾੜ ਕੇ ਪਾਠਕ ਦੇ ਸਾਹਮਣੇ ਲੈ ਕੇ ਆਉਣਾ ਹੁੰਦਾ ਹੈ ਕਿ ਉਸਨੇ ਆਪਣਾ ਵਾਸਤਵਿਕ ਜੀਵਨ ਕਿਸ ਤਰੀਕੇ ਦੇ ਨਾਲ ਜਿਉਇਆ ਹੈ। ਨਾਇਕ ਦੀ ਜੀਵਨ ਉਸਾਰੀ ਜਿੰਨੀ ਉਸਦੇ ਅਸਲ ਜੀਵਨ ਦੇ ਨਾਲ ਮੇਲ ਖਾਂਦੀ ਹੋਵੇਗੀ, ਓਨਾ ਹੀ ਸਰੋਤਾ ਉਸ ਜੀਵਨੀ ਤੋਂ ਪ੍ਰਭਾਵਿਤ ਤੇ ਪ੍ਰੇਰਿਤ ਹੋਏਗਾ। ਅਸਲ ਜੀਵਨ ਦੇ ਬਹੁਤ ਜ਼ਿਆਦਾ ਨੇੜੇ ਹੋਣੀ ਚਾਹੀਦੀ ਹੈ, ਤਾਂ ਹੀ ਪਾਠਕ ਉਸ ਤੋਂ ਪ੍ਰਭਾਵਿਤ ਹੋਵੇਗਾ। ਇਹ ਜੀਵਨੀ ਲਈ ਇੱਕ ਬਹੁਤ ਜ਼ਰੂਰੀ ਤੱਤ ਹੈ। ਦੂਜੇ ਸਾਹਿਤ ਰੂਪਾਂ ਵਾਂਗ ਵਿਚਾਰਾਂ ਤੇ ਭਾਵਾਂ ਦੀ ਥਾਂ ਜੀਵਨੀ ਵਿੱਚ ਨਾਇਕ ਦੇ ਮਨੋਵਿਗਿਆਨਿਕ ਪੱਖ ਦਾ ਚਰਿੱਤਰ ਚਿੱਤਰਣ
ਵਧੇਰੇ ਕੀਤਾ ਜਾਂਦਾ ਹੈ। ਜਿਹੜੇ ਦੂਜੇ ਸਾਹਿਤ ਰੂਪ ਹਨ ਉਹਨਾਂ ਦੇ ਵਿੱਚ ਤਾਂ ਭਾਵ ਪੇਸ਼ ਕੀਤੇ ਜਾ ਸਕਦੇ ਹਨ, ਵਿਚਾਰ ਪੇਸ਼ ਕੀਤੇ ਜਾ ਸਕਦੇ ਹਨ, ਪਰ ਜੀਵਨੀ ਦੇ ਵਿੱਚ ਕੀ ਹੈ, ਜਿਹੜਾ ਮਨੋਵਿਗਿਆਨਿਕ ਪੱਖ ਹੈ ਉਹ ਵਧੇਰੇ ਰੱਖਣਾ ਚਾਹੀਦਾ ਹੈ ਜੀਵਨੀਕਾਰ ਨੂੰ, ਤਾਂ ਹੀ ਉਸ ਦੀ ਸਹਿ ਸੁਭਾਵਿਕ ਉਸਾਰੀ ਹੈ ਜਿਹੜੀ ਨਾਇਕ ਦੇ ਰੂਪ ਦੇ ਵਿੱਚ ਹੋ ਸਕੇਗੀ। ਇਹ ਸੀ ਗੱਲ ਨਾਇਕ ਦੇ ਬਾਰੇ, ਜਿਹੜਾ ਤੀਜਾ ਤੱਤ ਹੈ ਜੀਵਨੀ ਦਾ। ਹੁਣ ਅਸੀਂ ਗੱਲ ਕਰਦੇ ਹਾਂ ਵਾਤਾਵਰਣ ਦੀ। ਜੀਵਨੀਕਾਰ ਨੂੰ ਉਸ ਵਾਤਾਵਰਣ ਦੀ, ਉਸ ਦੇਸ਼ ਕਾਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਦੇ ਵਿੱਚ ਉਹ ਜੀਵਨੀ ਨਾਇਕ ਜਿਉਇਆ ਹੈ। ਅਗਰ ਉਸ ਦੀ ਜਾਣਕਾਰੀ ਨਹੀਂ ਹੋਊਗੀ ਤਾਂ ਜੀਵਨੀਕਾਰ ਹੈ ਜਿਹੜਾ ਉਹ ਇਤਿਹਾਸਿਕ ਸੱਚ ਪੇਸ਼ ਨਹੀਂ ਕਰ ਪਾਊਗਾ। ਜੇ ਉਹ ਅਸਲੀ ਦੇਸ਼ ਕਾਲ ਦੇ ਬਾਰੇ, ਅਸਲੀ ਵਾਤਾਵਰਣ ਦੇ ਬਾਰੇ, ਕਿ ਉਹ ਨਾਇਕ ਕਿੰਨਾ ਹਾਲਤਾਂ ਦੇ ਵਿੱਚੋਂ ਪੇਸ਼ ਹੋਇਆ ਹੈ, ਉਸ ਦੀ ਜਾਣਕਾਰੀ ਜੀਵਨੀਕਾਰ ਨੂੰ ਨਹੀਂ ਹੋਊਗੀ ਤਾਂ ਉਹ ਨਿਆਂ ਨਹੀਂ ਕਰ ਪਾਊਗਾ। ਇਸ ਲਈ ਕਿਹਾ ਜਾਂਦਾ ਹੈ ਕਿ ਪਰਿਸਥਿਤੀਆਂ ਹੀ ਮਨੁੱਖ ਸਿਰਜਦੀਆਂ ਹਨ। ਪਰਿਸਥਿਤੀਆਂ ਦੇ ਵੱਸ ਦੇ ਵਿੱਚ ਪੈ ਕੇ ਮਨੁੱਖ ਕਿਸ ਪ੍ਰਕਾਰ ਦਾ ਵਿਵਹਾਰ ਕਰਦਾ ਹੈ, ਇਹ ਪੇਸ਼ਕਾਰੀ ਕਰਨੀ ਹੁੰਦੀ ਹੈ ਜੀਵਨੀਕਾਰ ਨੇ। ਅਗਰ ਉਹਨਾਂ ਪਰਿਸਥਿਤੀਆਂ ਦੀ, ਉਹਨਾਂ ਹਾਲਤਾਂ ਦੀ ਜੀਵਨੀਕਾਰ ਨੂੰ ਜਾਣਕਾਰੀ ਨਹੀਂ ਹੋਊਗੀ ਜਾਂ ਉਹਨਾਂ ਦੀ ਪੇਸ਼ਕਾਰੀ ਨਹੀਂ ਕਰ ਪਾਊਗਾ ਤਾਂ ਜਿਹੜਾ ਜੀਵਨੀ ਦਾ ਨਾਇਕ ਹੈ ਉਹ ਸੱਚ ਰੂਪ ਤੋਂ ਸਾਹਮਣੇ ਉਘੜ ਕੇ ਨਹੀਂ ਆਊਗਾ। ਤਾਂ ਉਸ ਦੇ ਆਲੇ ਦੁਆਲੇ ਦਾ ਜਿਹੜਾ ਵਾਤਾਵਰਣ ਹੈ ਉਸ ਨੂੰ ਵਾਸਤਵਿਕ ਰੂਪ ਵਿੱਚ ਗ੍ਰਹਿਣ ਕੀਤਾ ਜਾਣਾ ਚਾਹੀਦਾ ਹੈ। ਉਸ ਦੇ ਨਾਲ ਹੀ ਜਿਹੜਾ ਨਾਇਕ ਦੀ ਚਰਿੱਤਰ ਚਿੱਤਰਣ ਹੈ, ਉਸ ਦੀ ਉਸਾਰੀ ਹੈ, ਪਾਤਰ ਚਿੱਤਰਣ ਹੈ, ਉਹ ਚੰਗੇ ਢੰਗ ਦੇ ਨਾਲ ਹੋ ਸਕਦਾ ਹੈ। ਜੀਵਨੀਕਾਰ ਨੂੰ ਉਸ ਸਮੇਂ ਦੇ ਦੇਸ਼ ਅਤੇ ਕਾਲ ਦੀ ਵੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਫਿਰ ਹੀ ਉਹ ਸੱਚ ਲਿਖ ਪਾਊਗਾ। ਇਹ ਸੀ ਗੱਲ ਵਾਤਾਵਰਣ ਦੀ, ਕਿ ਜਦੋਂ ਨਾਇਕ ਨੂੰ ਪੇਸ਼ ਕੀਤਾ ਜਾ ਰਿਹਾ ਹੈ ਤਾਂ ਉਸ ਦੇ ਨਾਲ ਨਾਲ ਉਸ ਦੇ ਸਮੇਂ ਦੇ ਬਾਰੇ, ਉਸ ਦੇ ਹਾਲਾਤ ਦੇ ਬਾਰੇ, ਉਸ ਦੇ ਦੇਸ਼ ਕਾਲ ਦੇ ਬਾਰੇ ਜਿਹੜੀਆਂ ਅਸਲੀ ਪਰਿਸਥਿਤੀਆਂ ਪੇਸ਼ ਕੀਤੀਆਂ ਜਾਣਗੀਆਂ, ਤਾਂ ਹੀ ਨਾਇਕ ਦਾ ਜਿਹੜਾ ਅਸਲੀ ਰੂਪ ਹੈ ਉਹ ਉਘੜ ਕੇ ਪਾਠਕ ਦੇ ਸਾਹਮਣੇ ਆਊਗਾ। ਲਾਸਟ ਤੱਤ ਹੈ ਭਾਸ਼ਾ ਅਤੇ ਸ਼ੈਲੀ। ਇਹ ਸਭ ਤੋਂ ਮਹੱਤਵਪੂਰਨ ਤੱਤ ਹੈ ਕਿਉਂਕਿ ਬਾਕੀ ਸਾਰੇ ਤੱਤਾਂ ਦੀ ਜਿਹੜੀ ਉਸਾਰੀ ਆ ਉਪਯੁਕਤ ਤੇ ਆਕਰਸ਼ਕ ਭਾਸ਼ਾ ਸ਼ੈਲੀ ਦੁਆਰਾ ਹੀ ਸੰਭਵ ਹੈ। ਜੀਵਨੀਕਾਰ ਨੇ ਜਿੰਨੀਆਂ ਵੀ ਗੱਲਾਂ ਰੱਖਣੀਆਂ ਹਨ ਪਾਠਕ ਦੇ ਸਾਹਮਣੇ, ਉਹ ਆਪਣੀ ਭਾਸ਼ਾ ਦੇ ਰਾਹੀਂ ਰੱਖਣੀਆਂ ਹੈ। ਜੇ ਉਸ ਦੀ ਭਾਸ਼ਾ ਕਮਜ਼ੋਰ ਹੋਊਗੀ ਤਾਂ ਉਹ ਨਾਇਕ ਦੀ ਉਸਾਰੀ ਵੀ ਨਹੀਂ ਕਰ ਪਾਊਗਾ। ਜੇ ਉਸ ਦੀ ਭਾਸ਼ਾ ਵਧੀਆ ਹੋਊਗੀ ਤਾਂ ਉਹ ਨਾਇਕ ਨੂੰ ਬਹੁਤ ਚੰਗੇ ਤਰੀਕੇ ਦੇ ਨਾਲ ਉਸ ਦੀ ਪਾਤਰ ਉਸਾਰੀ ਕਰ ਪਾਊਗਾ ਤੇ ਉਹ ਪਾਠਕ 'ਤੇ ਪ੍ਰਭਾਵ ਪਾਊਗਾ। ਇਹ ਤਾਂ ਹੀ ਇਸ ਨੂੰ ਸਭ ਤੋਂ ਪ੍ਰਮੁੱਖ ਤੱਤ ਮੰਨਿਆ ਗਿਆ ਹੈ ਜੀਵਨੀ ਦਾ। ਕਿਉਂ? ਇਸ ਲਈ ਕਿ ਜੇ ਜੀਵਨੀਕਾਰ ਦੀ ਭਾਸ਼ਾ ਕਮਜ਼ੋਰ ਹੋਊਗੀ ਤਾਂ ਉਹ ਆਪਣੇ ਨਾਇਕ ਨੂੰ ਆਕਰਸ਼ਕ ਤਰੀਕੇ ਦੇ ਨਾਲ ਪਾਠਕ ਦੇ ਸਾਹਮਣੇ ਪੇਸ਼ ਨਹੀਂ ਕਰ ਪਾਊਗਾ। ਜੇ ਉਸਦੀ ਭਾਸ਼ਾ ਵਧੀਆ ਹੋਊਗੀ, ਉਸਦੀ ਸ਼ੈਲੀ ਵਧੀਆ ਹੋਊਗੀ ਤਾਂ ਉਹ ਆਪਣੇ ਨਾਇਕ ਨੂੰ ਪਾਠਕ ਦੇ ਸਨਮੁਖ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਪਾਊਗਾ। ਉਸ ਥੋੜ੍ਹੇ ਸ਼ਬਦਾਂ ਤੋਂ ਉਹ ਵੱਧ ਕਹਿਣ ਦੀ ਸਮਰੱਥਾ ਰੱਖਦਾ ਹੋਵੇ, ਇਹ ਵੀ ਇੱਕ ਚੰਗਾ ਗੁਣ ਹੈ। ਜੀਵਨੀ ਦੇ ਤੱਤ ਪੜ੍ਹ ਰਹੇ ਆਪਾਂ ਤੇ ਜਿਹੜਾ ਜੀਵਨੀਕਾਰ ਹੈ ਉਹ ਆਪਣੀ ਗੱਲ ਨੂੰ ਥੋੜ੍ਹੇ ਸ਼ਬਦਾਂ ਦੇ ਰਾਹੀਂ ਕਹਿ ਸਕਦਾ ਹੋਵੇ ਤਾਂ ਉਸ ਦੀ ਜਿਹੜੀ ਪੇਸ਼ਕਾਰੀ ਹੈ ਉਹ ਆਕਰਸ਼ਕ ਬਣ ਜਾਏਗੀ। ਇਹ ਸੰਭਵ ਕਦੋਂ ਹੁੰਦਾ ਹੈ? ਜਦੋਂ ਜੀਵਨੀਕਾਰ ਦਾ ਭਾਸ਼ਾ ਦੇ ਉੱਤੇ ਪੂਰਾ ਵਸੀਕਾਰ ਹੋਵੇ, ਭਾਸ਼ਾ ਦੀ ਜਾਣਕਾਰੀ ਰੱਖਦਾ ਹੋਵੇ, ਭਾਸ਼ਾ ਨੂੰ ਆਪਣੇ ਵੱਸ ਵਿੱਚ ਕਰਨ ਜਾਣਦਾ ਹੋਵੇ, ਤਾਂ ਹੀ ਉਹ ਸੰਭਵ ਕਰ ਸਕਦਾ ਹੈ ਇਹ ਗੱਲਾਂ। ਇਸ ਲਈ ਉਸ ਦੀ ਭਾਸ਼ਾ ਹੈ ਜਿਹੜੀ ਉਹ ਸਰਲ ਹੋਣੀ ਚਾਹੀਦੀ ਹੈ, ਸੁਬੋਧ ਹੋਣੀ ਚਾਹੀਦੀ ਹੈ ਤੇ ਪ੍ਰਭਾਵਸ਼ਾਲੀ ਸ਼ਬਦਾਵਲੀ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ, ਤਾਂ ਹੀ ਉਹ ਆਪਣੇ ਨਾਇਕ ਨੂੰ ਚੰਗੇ ਤਰੀਕੇ ਦੇ ਨਾਲ ਪੇਸ਼ ਕਰ ਪਾਊਗਾ। ਹੁਣ ਵਰਣਨ ਤੇ ਸਾਦਗੀ ਦੁਆਰਾ ਜੀਵਨੀਕਾਰ ਜੀਵਨੀ ਨੂੰ ਮਹਾਨ ਤੇ ਗੌਰਵਸ਼ਾਲੀ ਰੂਪ ਦੇ ਸਕਦਾ ਹੈ, ਜੋ ਸਮਾਜਿਕ ਆਦਰਸ਼ ਵਜੋਂ ਸਹਿਜੇ ਹੀ ਸਵੀਕਾਰ ਕੀਤੀ ਜਾ ਸਕਦੀ ਹੈ। ਇਹ ਜੇ ਜਿਹੜਾ ਜੀਵਨੀਕਾਰ ਹੈ ਉਸ ਦੀ ਜਿਹੜੀ ਭਾਸ਼ਾ ਹੈ ਤੇ ਉਸ ਦੀ ਜਿਹੜੀ ਸ਼ੈਲੀ ਹੈ ਉਹ ਸਰਲ, ਸੁਬੋਧ ਤੇ ਆਸਾਨ ਹੋਊਗੀ, ਤਾਂ ਹੀ ਉਹ ਆਪਣੇ ਨਾਇਕ ਨੂੰ ਪਾਠਕ ਦੇ ਸਾਹਮਣੇ ਪ੍ਰਭਾਵਸ਼ਾਲੀ ਰੂਪ ਤੋਂ ਪੇਸ਼ ਕਰ ਪਾਊਗਾ ਤੇ ਉਸ ਦਾ ਪ੍ਰਭਾਵ ਵਧੂਗਾ। ਇਹ ਸੀ ਭਾਸ਼ਾ ਤੇ ਸ਼ੈਲੀ ਦੀ ਗੱਲ। ਅਸੀਂ ਜੀਵਨੀ ਨੂੰ ਸਮਝਿਆ ਪਹਿਲਾਂ ਸ਼ਬਦਾਰਥ ਰੂਪ ਦੇ ਵਿੱਚ, ਫਿਰ ਅਸੀਂ ਪਰਿਭਾਸ਼ਾ ਕੀਤੀ ਉਸ ਦੀ, ਤੇ ਫਿਰ ਜੀਵਨੀ ਦੀ ਅਸੀਂ ਵਰਗ ਵੰਡ ਕੀਤੀ ਕਿ ਕਿਹੜੇ ਪ੍ਰਕਾਰ ਦੀਆਂ ਜੀਵਨੀਆਂ ਹੁੰਦੀਆਂ ਹਨ, ਤੇ ਉਸ ਤੋਂ ਬਾਅਦ ਅਸੀਂ ਜੀਵਨੀ ਦੇ ਤੱਤਾਂ ਦੀ ਗੱਲ ਕੀਤੀ।
ਉਮੀਦ ਕਰਦਾ ਹਾਂ ਆਪ ਸਭ ਵਿਦਿਆਰਥੀਆਂ ਨੂੰ ਸਮਝ ਆਇਆ ਹੋਵੇਗਾ। ਆਪਾਂ ਮਿਲਦੇ ਹਾਂ ਛੇਤੀ ਹੀ ਕੋਈ ਨਵਾਂ ਟੌਪਿਕ ਲੈ ਕੇ। ਉਦੋਂ ਤੱਕ ਲਈ ਆਪ ਸਭ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪ ਸਭ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ।